ਮੰਨ ਲਓ ਕਿ ਤੁਸੀਂ ਹੀਲੀਅਮ ਐਟਮ ਜਾਂ ਕਿਸੇ ਮਲਟੀ ਪਾਰਟੀਕਲ ਸਿਸਟਮ ਤੇ ਜਾਂਦੇ ਹੋ। ਹੀਲੀਅਮ ਐਟਮ ਵਿੱਚ 2 ਇਲੈਕਟ੍ਰੋਨ ਹੁੰਦੇ ਹਨ। ਸਿਸਟਮ ਨੂੰ ਸੁਖਾਲਾ ਬਣਾਉਣ ਲਈ ਆਓ ਅਸੀਂ ਇਹਨਾਂ ਨੂੰ ਨੌਨ ਇੰਟਰੈਕਟਿੰਗ ਮੰਨੀਏ, ਜੋ ਕਿ ਬਿਲਕੁਲ ਸਹੀ ਨਹੀਂ ਹੈ, ਪਰ ਉਹ ਇੰਟਰੈਕਟਿੰਗ ਹੋਣ ਜਾਂ ਨੌਨ ਇੰਟਰੈਕਟਿੰਗ ਹੋਣ, ਜਿਸ ਦੀ ਪਾਲਣਾ ਹੋਣੀ ਚਾਹੀਦੀ ਹੈ ਉਹ ਹੈ। ਮੰਨ ਲਓ ਕਿ ਮੈਂ ਕੁਆਂਟਮ ਨੰਬਰਸ ਦੇ ਸੈੱਟ ਵਿੱਚ ਪਹਿਲਾ ਇਲੈਕਟ੍ਰੋਨ ਰੱਖਦਾ ਹਾਂ। ਆਓ ਅਸੀਂ ਪਹਿਲੇ ਇਲੈਕਟ੍ਰੋਨ ਨੂੰ ਗਰਾਊਂਡ ਸਟੇਟ ਵਿੱਚ ਰੱਖਦੇ ਹਾਂ, ਜੋ ਕਿ n ਬਰਾਬਰ ਹੈ 1, l ਬਰਾਬਰ ਹੈ 0 ਅਤੇ s ਬਰਾਬਰ ਹੈ ਜਾਂ ms ਬਰਾਬਰ ਹੈ +1/2। ਮੰਨ ਲਓ ਤੁਸੀਂ ਪਹਿਲਾ ਇਲੈਕਟ੍ਰੋਨ ਰੱਖਦੇ ਹੋ, ਕੀ ਤੁਸੀਂ ਉੱਥੇ ਦੂਜਾ ਇਲੈਕਟ੍ਰੋਨ ਰੱਖ ਸਕਦੇ ਹੋ ਭਾਵੇਂ ਇਹ ਇੰਟਰੈਕਟਿੰਗ ਹੋਵੇ ਜਾਂ ਨਾਨ ਇੰਟਰੈਕਟਿੰਗ। ਇਹ ਇੱਕ ਪ੍ਰਯੋਗਾਤਮਕ ਡੇਟਾ ਵੀ ਹੈ। ਇਹ ਪੌਲੀਜ਼ ਐਕਸਕਲੂਜ਼ਨ ਪ੍ਰਿੰਸੀਪਲ ਹੈ। ਠੀਕ ਹੈ, ਦੂਜੇ ਇਲੈਕਟ੍ਰੋਨ ਦੀ ਸਥਿਤੀ ਅਜਿਹੀ ਹੋਣੀ ਚਾਹੀਦੀ ਹੈ। ਦੋਵੇਂ ਇਲੈਕਟ੍ਰੌਨ ਸਾਰੀਆਂ ਕੁਆਂਟਮ ਸੰਖਿਆਵਾਂ ਦੇ ਸੈੱਟ ਵਿੱਚ ਨਹੀਂ ਵੇਖੇ ਜਾ ਸਕਦੇ ਹਨ। ਤੁਸੀਂ ਇਹ ਦੇਖਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਚਾਹੇ ਇੰਟਰੈਕਸ਼ਨਸ ਸ਼ਾਮਲ ਕੀਤੀਆਂ ਜਾਣ, ਪੌਲੀਜ਼ ਐਕਸਕਲੂਜ਼ਨ ਪ੍ਰਿੰਸੀਪਲ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ, ਇਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਕੋਈ 2 ਇਲੈਕਟ੍ਰੋਨ ਕੁਆਂਟਮ ਸੰਖਿਆਵਾਂ ਦੇ ਸਮਾਨ ਸੈੱਟ ਨੂੰ ਸਾਂਝਾ ਨਹੀਂ ਕਰ ਸਕਦੇ ਹਨ, ਤਾਂ ਇਹ ਸਾਨੂੰ ਕੀ ਦੱਸਦਾ ਹੈ ਕਿ ਇਲੈਕਟ੍ਰੋਨ ਇੰਟਰੈਕਟ ਕਰ ਰਿਹਾ ਹੈ ਜਾਂ ਨਾਨ ਇੰਟਰੈਕਟ ਕਰ ਰਿਹਾ ਹੈ। ਪੌਲੀਜ਼ ਐਕਸਕਲੂਜ਼ਨ ਪ੍ਰਿੰਸੀਪਲ ਦੀ ਪਾਲਣਾ ਕਰਨੀ ਪੈਂਦੀ ਹੈ। 2 ਇਲੈਕਟ੍ਰੋਨਾਂ ਲਈ ਪੌਲੀਜ਼ ਐਕਸਕਲੂਜ਼ਨ ਪ੍ਰਿੰਸੀਪਲ ਜੋ ਨਾਨ ਇੰਟਰੈਕਟਿੰਗ ਹਨ। 2 ਇਲੈਕਟ੍ਰੋਨਾਂ ਨੂੰ ਬਹੁਤ ਦੂਰ ਦੀ ਪੋਜੀਸ਼ਨ ਤੇ ਲੈ ਜਾਓ। ਇੰਟਰੈਕਸ਼ਨ ਅਸਲ ਵਿੱਚ ਕਮਜ਼ੋਰ ਹੈ ਕਿ ਤੁਸੀਂ ਇਸ ਨੂੰ ਲਗਭਗ ਨਾਨ ਇੰਟਰੈਕਟਿੰਗ ਸਮਝਦੇ ਹੋ। ਇਹ ਇੱਕ ਡਾਇਲੂਟ ਸਿਸਟਮ ਵਾਂਗ ਹੈ। ਡਾਇਲੂਟਸ ਸਿਸਟਮ ਕੀ ਹੈ? ਵੱਖ-ਵੱਖ ਐਟਮ ਹੋਣ ਤੱਕ ਤੁਸੀਂ ਦਿਖਾਵਾ ਕਰ ਸਕਦੇ ਹੋ ਜਿਵੇਂ ਕੋਈ ਆਪਸੀ ਇੰਟਰੈਕਸ਼ਨ ਨਹੀਂ ਹੈ। ਜਦੋਂ ਉਹ ਕਨਸੈਂਟਰੇਟ ਹੋਣਾ ਸ਼ੁਰੂ ਕਰਦੇ ਹਨ, ਤਾਂ ਤੁਸੀਂ ਇਲੈਕਟ੍ਰੋਨਸ ਵਿੱਚ ਰਿਪਲਸਿਵ ਇੰਟਰੈਕਸ਼ਨ ਵਿੱਚ ਇੱਕ ਓਵਰਆਰ ਇੰਟਰੈਕਸ਼ਨ ਨੂੰ ਦੇਖਣਾ ਸ਼ੁਰੂ ਕਰਦੇ ਹੋ। ਪਰ ਤੁਸੀਂ ਜੋ ਵੀ ਲਿਖ ਰਹੇ ਹੋ, ਜੇਕਰ ਤੁਹਾਨੂੰ 2 ਇਲੈਕਟ੍ਰੋਨ ਪੋਜੀਸ਼ਨ ਵਿੱਚ ਦੂਰ ਦਿੱਤੇ ਗਏ ਹਨ, ਤੁਸੀਂ ਵੇਵ ਫੰਕਸ਼ਨ ਨੂੰ ਕਿਵੇਂ ਲਿਖਦੇ ਹੋ? ਤੁਸੀਂ ਹੈਮਿਲਟੋਨੀਅਨ ਕਿਵੇਂ ਲਿਖੋਗੇ? ਪਹਿਲੇ ਇਲੈਕਟ੍ਰੋਨ ਲਈ ਇੱਕ ਹੈਮਿਲਟੋਨੀਅਨ ਹੋਵੇਗਾ, ਦੂਜੇ ਇਲੈਕਟ੍ਰੋਨ ਦੇ ਲਈ ਹੈਮਿਲਟੋਨੀਅਨ ਹੋਵੇਗਾ। ਜੇਕਰ ਇਹਨਾਂ ਦੋਹਾਂ ਵਿਚਕਾਰ ਕੋਈ ਇੰਟਰੈਕਸ਼ਨ ਨਹੀਂ ਹੈ ਤਾਂ ਤੁਸੀਂ ਲਿਖ ਸਕਦੇ ਹੋ H1 + H2 ਅਤੇ ਤੁਸੀਂ ਲਿਖ ਸਕਦੇ ਹੋ ਪਹਿਲੇ ਇਲੈਕਟ੍ਰੋਨ ਲਈ psi1 ਵੇਵ ਫੰਕਸ਼ਨ, ਦੂਜੇ ਇਲੈਕਟ੍ਰੋਨ ਲਈ psi2 ਵੇਵ ਫੰਕਸ਼ਨ। ਉਹ ਇੱਕ ਦੂਜੇ ਨਾਲ ਸਹਿਮਤ ਨਹੀਂ ਹਨ, ਜਿਸ ਦਾ ਮਤਲਬ ਹੈ ਸਿਸਟਮ ਦਾ ਟੋਟਲ ਵੇਵ ਫੰਕਸ਼ਨ H1 + H2 psi1 × psi2 ਦੁਆਰਾ ਦਿੱਤਾ ਗਿਆ ਹੈ। ਪਰ ਤੁਹਾਨੂੰ ਪੌਲੀਜ਼ ਐਕਸਕਲੂਜ਼ਨ ਪ੍ਰਿੰਸੀਪਲ ਨੂੰ ਵੀ ਮੰਨਣਾ ਪਵੇਗਾ। ਤੁਸੀਂ ਇਹ ਕਿਵੇਂ ਕਰਦੇ ਹੋ? ਇੱਥੇ ਤੁਹਾਨੂੰ ਫਾਰਮਲ ਕਲਾਸੀਫਿਕੇਸ਼ਨ ਜਾਣਨ ਦੀ ਲੋੜ ਹੈ, ਜਿਸ ਬਾਰੇ ਮੈਨੂੰ ਯਕੀਨ ਹੈ ਕਿ ਤੁਸੀਂ ਪਹਿਲੇ ਸਾਲ ਦੇ ਕੋਰਸ ਵਿੱਚ ਪੜ੍ਹਿਆ ਹੋਵੇਗਾ। ਇਹ ਕਲਾਸੀਕਲ ਫਿਜ਼ਿਕਸ ਵਿੱਚ ਵੱਖਰਾ ਕਿਉਂ ਹੈ? ਮੰਨ ਲਓ ਕਿ ਮੈਂ 2 ਇਲੈਕਟ੍ਰੋਨ ਲੈਂਦਾ ਹਾਂ। ਮੈਂ ਅਸਲ ਵਿੱਚ ਉਹਨਾਂ ਨੂੰ ਕਲਾਸੀਕਲ ਫਿਜ਼ਿਕਸ ਵਿੱਚ ਵੱਖਰਾ ਕਰ ਸਕਦਾ ਹਾਂ। ਇਸ ਦਾ ਕਾਰਨ ਕੀ ਹੈ? ਉਹਨਾਂ ਕੋਲ ਇਸ ਦੇ ਨਾਲ ਸੰਬੰਧਿਤ ਕੋਈ ਵੇਵ ਨਹੀਂ ਹੈ। ਇਹ ਕਲਾਸੀਕਲ ਫਿਜ਼ਿਕਸ ਵਿੱਚ ਪੁਆਇੰਟ ਪਾਰਟੀਕਲ ਹੈ। ਸਿਰਫ ਜਦੋਂ 2 ਇਲੈਕਟ੍ਰੋਨਾਂ ਵਿੱਚ ਇੱਕ ਵੇਵ ਹੈ, ਉਹ ਓਵਰਲੈਪ ਕਰਨਾ ਸ਼ੁਰੂ ਕਰ ਸਕਦੇ ਹਨ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੀ ਇਹ ਦੁਬਾਰਾ ਓਵਰਲੈਪ ਕਰਨਗੇ ਜਾਂ ਨਹੀਂ। ਇਹ ਹਿੱਸਾ ਇਹ ਇਲੈਕਟ੍ਰੋਨ ਹੈ ਅਤੇ ਦੂਜਾ ਹਿੱਸਾ ਦੂਜਾ ਇਲੈਕਟ੍ਰੋਨ ਹੈ। ਇਸ ਲਈ ਅਵਿਭਾਗੀ ਸੰਕਲਪ ਸਿਰਫ ਕੁਆਂਟਮ ਫਿਜ਼ਿਕਸ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ। ਕਲਾਸਿਕ ਤੌਰ ਤੇ ਤੁਸੀਂ ਉਸ ਇਲੈਕਟ੍ਰੋਨ ਤੇ ਨਜ਼ਰ ਰੱਖ ਸਕਦੇ ਹੋ। ਠੀਕ ਹੈ, ਇਹ ਵੱਖ ਕੀਤਾ ਜਾ ਸਕਦਾ ਹੈ ਭਾਵੇਂ ਉਹ ਇੱਕੋ ਜਿਹੇ ਕਲਾਸੀਕਲ ਫਿਜ਼ਿਕਸ ਹਨ, ਉਹ ਵੱਖਰੇ ਹੋਣਗੇ। ਪਰ ਕੁਆਂਟਮ, ਕਿਉਂਕਿ ਤੁਸੀਂ ਉਹਨਾਂ ਪਾਰਟੀਕਲਸ ਨੂੰ ਵੇਵ ਫਾਰਮ ਦੇਵੋਗੇ, ਵੇਵਸ ਓਵਰਲੈਪਿੰਗ ਖੇਤਰ ਵਿੱਚ ਓਵਰਲੈਪ ਕਰ ਸਕਦੀਆਂ ਹਨ। ਇਹ ਫਜ਼ੀ ਹੋ ਜਾਂਦਾ ਹੈ। ਤੁਸੀਂ ਨਹੀਂ ਜਾਣਦੇ ਕਿ ਜਿਸ ਇਲੈਕਟ੍ਰੋਨ ਨੂੰ ਤੁਸੀਂ ਟਰੈਕ ਕਰ ਰਹੇ ਹੋ ਉਹ ਕੀ ਹੈ। ਠੀਕ ਹੈ, ਇਸ ਲਈ ਇਹ ਅਵਿਭਾਗੀ ਹੋ ਜਾਂਦਾ ਹੈ। ਅਤੇ ਪਾਰਟੀਕਲਸ ਦੀਆਂ ਸ਼੍ਰੇਣੀਆਂ ਹਨ ਜੋ ਪ੍ਰਯੋਗਾਂ ਵਿੱਚ ਵੇਖੀਆਂ ਜਾਂਦੀਆਂ ਹਨ। ਇਸ ਲਈ ਸਟਰਨ ਗਰਲਾਗ ਦੇ ਸੰਦਰਭ ਵਿੱਚ 2 ਵਿਭਾਜਨ ਸਨ, ਜੋ ਕਿ ਮੈਂ ਲਿਖਦਾ ਹਨ S ਅੱਧੇ ਦੇ ਬਰਾਬਰ ਹੈ, ਪਰ ਹੋਰ ਪਾਰਟੀਕਲਸ ਜਿਨ੍ਹਾਂ ਦਾ ਸਪਿਨ ਹਾਇਰ ਹੈ। ਠੀਕ ਹੈ, ਇਸ ਲਈ ਇੱਥੇ 2 ਸ਼੍ਰੇਣੀਆਂ ਹਨ। ਇੱਕ ਬੋਸੋਸਨਸ ਹੈ, ਜਿੱਥੇ ਸਪਿਨ ਇਹ ਇੱਕ ਅੰਦਰੂਨੀ ਸਪੈਸ਼ ਹੈ। ਇਹ ਤੁਹਾਡਾ ਆਰਬਿਟਲ ਨਹੀਂ, ਐਂਗੂਲਰ ਮੋਮੈਂਟਮ ਨਵਾਂ ਕੁਆਂਟਮ ਨੰਬਰ ਹੈ। ਹਰ ਕਿਸੇ ਨੇ ਮਹਾਨ ਖਬਰ ਗॉड ਪਾਰਟੀਕਲ ਬਾਰੇ ਸੁਣਿਆ ਸੀ। ਗॉड ਪਾਰਟੀਕਲ S ਬਰਾਬਰ 0 ਨਾਲ ਸੰਬੰਧਿਤ ਹੈ। ਘੱਟੋ ਘੱਟ ਸੰਕੇਤ ਹਨ ਕਿ ਇਹ ਕੀਤਾ ਗਿਆ ਹੈ। ਸਾਡੇ ਕੋਲ ਹੈ ਗॉड ਪਾਰਟੀਕਲ ਅਤੇ ਫਿਰ S ਬਰਾਬਰ 0 ਵੀ
ਵੱਧ ਜਾਂ ਘੱਟ 0 ਹੈ, ਠੀਕ ਹੈ। ਇਸ ਲਈ ਉਹ ਬੋਸੋਨਸ ਹਨ। ਬੋਸੋਨਸ ਵਿੱਚ ਇੰਟੀਜਰ ਸਪਿਨ ਹੁੰਦਾ ਹੈ। ਫੋਟੋਨ ਬਾਰੇ ਕੀ? ਕਿੰਨੇ ਸੰਭਵ ਪੋਲਰਾਈਜੇਸ਼ਨ ਹਨ? Y2 ਲੌਂਗੀਟਿਊਡਿਨਲ ਬਾਰੇ ਕੀ? ਫੋਟੋਨਸ ਇੱਥੇ ਮਾਸਲੈਸ ਹਨ, ਇਸ ਲਈ ਤੁਹਾਡੇ ਕੋਲ ਸਿਰਫ ਟਰਾਂਸਵਰਸ ਪੋਲਰਾਈਜੇਸ਼ਨ ਹੈ, ਇਹ 2 ਹਨ। ਪਰ ਜੇ ਤੁਸੀਂ ਇਸ ਨੂੰ ਵਿਸ਼ਾਲ ਬਣਾਉਂਦੇ ਹੋ, ਫਿਰ ਤੁਹਾਡੇ ਕੋਲ ਲੌਂਗੀਟਿਊਡਿਨਲ ਪੋਲਰਾਈਜੇਸ਼ਨ ਵੀ ਹੋ ਸਕਦੀ ਹੈ। ਇੱਥੇ ਵਿਸ਼ਾਲ ਵਸਤੂ ਲਈ 3 ਹੋਣਗੇ, ਅਤੇ ਉਹ 3 ਦਾ ਤੁਸੀਂ ਕਿਵੇਂ ਲੇਖਾ ਕਰੋਗੇ? S ਬਰਾਬਰ ਹੈ। ਜੇਕਰ 3 ਸਟੇਟਸ ਹਨ, S ਨੂੰ 1 ਹੋਣਾ ਚਾਹੀਦਾ ਹੈ ਅਤੇ ਹੋਰ ਵੀ। ਇਸ ਲਈ ਹਰ ਵਸਤੂ ਜਿਸ ਨੂੰ ਅਸੀਂ ਪਾਰਟੀਕਲ ਦਰਿਸ਼ ਵਿੱਚ ਪ੍ਰਯੋਗਾਂ ਵਿੱਚ ਦੇਖਦੇ ਹਾਂ, ਉਸ ਵਿੱਚ ਜਾਂ ਤਾਂ ਇੱਕ ਇੰਟੀਜਰ ਸਪਿਨ ਹੋਵੇਗਾ, ਜਾਂ ਅੱਧਾ ਇੰਟੀਜਰ ਸਪਿਨ ਹੋਵੇਗਾ। ਇਸ ਲਈ ਉਨ੍ਹਾਂ ਨੇ ਸਪਿਨ ਨੂੰ ਕਿਵੇਂ ਦੇਖਿਆ ਕਿ ਉਹ ਰਿਸਟਰੇਂਟ ਵੱਲ ਜਾਂਦੇ ਹਨ, ਜਿੱਥੇ ਆਰਬਿਟਲ ਐਂਗੂਲਰ ਮੋਮੈਂਟਮ 0 ਹੈ। ਅਜੇ ਵੀ 3 ਸਟੇਟਸ ਹਨ। ਜੇਕਰ ਉਹ 3 ਸਟੇਟਸ ਦੇਖਦੇ ਹਨ, ਤਾਂ ਉਹ ਕਹਿਣਗੇ ਕਿ ਇਹ ਪਾਰਟੀਕਲ S ਦੇ ਬਰਾਬਰ R ਦਾ ਹੋਣਾ ਚਾਹੀਦਾ ਹੈ। ਸੰਜਮ ਵਿੱਚ ਕਿਉਂਕਿ x ਆਰਬਿਟਲ ਐਂਗੂਲਰ ਮੋਮੈਂਟਮ L 0 ਹੈ। ਇਸ ਦੇ ਬਾਵਜੂਦ ਉਹ 3 ਸਟੇਟਸ ਨੂੰ ਦੇਖਦੇ ਹਨ, ਫਿਰ ਉਹ ਕਹਿਣਗੇ ਕਿ ਉਹ ਵਸਤੂ ਬੋਸੋਨ ਹੈ। 1 ਦੇ ਬਰਾਬਰ S ਨਾਲ। ਹੋਰ ਬੋਸੋਨਸ ਕਿਹੜੇ ਹਨ ਜੋ ਅਸੀਂ ਪਾਰਟੀਕਲ ਫਿਜ਼ਿਕਸ ਵਿਗਿਆਨ ਦੇ ਪ੍ਰਯੋਗਾਂ ਵਿੱਚ ਦੇਖਦੇ ਹਾਂ? ਇਹ ਹੈ ਕਿ ਸਾਡੇ ਕੋਲ ਕਮਜ਼ੋਰ ਇੰਟਰੈਕਸ਼ਨ ਹੈ, ਕਮਜ਼ੋਰ ਨਿਊਕਲੀਅਰ ਬਲ ਇੰਟਰੈਕਸ਼ਨ। ਅਸੀਂ ਦੇਖਦੇ ਹਾਂ ਵੈਕਟਰ ਬੋਸੋਨਸ W+W-Z। ਮੈਨੂੰ ਯਕੀਨ ਹੈ ਕਿ ਤੁਸੀਂ ਸਿਰਫ ਡੇਟਾ ਦੇ ਤੌਰ ਤੇ ਪੜ੍ਹਿਆ ਹੋਵੇਗਾ। ਉਨ੍ਹਾਂ ਦੇ 3 S ਸਟੇਟਸ ਹਨ। ਉਹ ਸਪਿਨ ਵਾਂਗ ਹਨ। ਬੋਸੋਨ ਇਸੇ ਕਰਕੇ ਇੱਕ ਇਸ ਨੂੰ ਵੈਕਟਰ ਬੋਸੋਨ ਆਈ ਜਾਂਦਾ ਹੈ। ਵੈਕਟਰ ਦਾ ਮਤਲਬ ਹੈ ਕਿ 3 ਭਾਗ ਹਨ ਜੋ ਅਸੀਂ ਜਾਣਦੇ ਹਾਂ। ਫੇਰਮਿਓਨਸ ਵੀ ਫਰਮੀਓਨਾਂ ਵਿੱਚੋਂ ਇੱਕ ਜੋ ਤੁਸੀਂ ਹਾਈਡਰੋਜਨ ਐਟਮ ਅਤੇ ਸਟਰਨ ਗਰਲਾਕ ਵਿੱਚ ਦੇਖਿਆ ਹੈ, ਅਨਮੋਲਸ ਹੈ ਅੱਧੇ S ਬਰਾਬਰ। ਪਰ ਤੁਹਾਡੇ ਕੋਲ ਹੋ ਸਕਦੀ ਹੈ ਹੋਰ ਉੱਚ ਕਿਸਮ ਦੀ ਅੱਧਾ ਅਜੀਬ ਇੰਟੀਗਰਲ ਜਿਵੇਂ ਸਪਿਨ 3/2। ਅੱਧੇ ਅਜੀਬ ਇੰਟੀਗਰਲ ਨੂੰ ਸਪਿਨ ਕਰੋ, ਤੁਸੀਂ ਉਹਨਾਂ ਨੂੰ ਇੱਥੇ ਹੋਣ ਲਈ ਕਹਿੰਦੇ ਹੋ। ਠੀਕ ਹੈ, ਤਾਂ ਇਹ 2 ਕਲਾਸਾਂ ਹਨ। ਅਜਿਹਾ ਕੋਈ ਤਰੀਕਾ ਇਹ ਹੈ ਕਿ ਬੋਸੋਨ ਫੇਰਮਿਓਨ ਬਣ ਸਕਦਾ ਹੈ। ਬੋਸੋਨਸ ਇੱਕ ਵੱਖਰੀ ਪ੍ਰਾਪਰਟੀ ਹੈ। ਪ੍ਰਾਪਰਟੀ ਕੀ ਹੈ? ਇਸ ਨੂੰ ਮੰਨਣ ਦੀ ਲੋੜ S ਹੈ। ਪੌਲੀਜ਼ ਐਕਸਕਲੂਜ਼ਨ ਪ੍ਰਿੰਸੀਪਲ। ਇਸੇ ਲਈ ਤੁਹਾਨੂੰ ਇਹ ਮਸ਼ਹੂਰ ਸੀ ਬੋਸ-ਆਈਨਸਟਾਈਨ ਕੰਡੈਂਸਡ ਸਟੇਟ। ਤੁਸੀਂ ਬੋਸੋਨਸ ਦੀ ਕੋਈ ਵੀ ਗਿਣਤੀ ਪਾ ਸਕਦੇ ਹੋ ਗਰਾਊਂਡ ਸਟੇਟ ਵਿੱਚ। ਜੇਕਰ ਮੈਂ ਤੁਹਾਨੂੰ ਇਲੈਕਟ੍ਰੋਨਾਂ ਦੀ ਗਿਣਤੀ ਦਿੰਦਾ ਹਾਂ, ਤਾਂ ਤੁਸੀਂ ਹਰ ਚੀਜ਼ ਨੂੰ ਗਰਾਊਂਡ ਸਟੇਟ ਵਿੱਚ ਨਹੀਂ। ਪੌਲੀਜ਼ ਐਕਸਕਲੂਜ਼ਨ ਪ੍ਰਿੰਸੀਪਲ ਇਸ ਨੂੰ ਰੋਕਦਾ ਹੈ। ਤੁਹਾਨੂੰ ਇਸ ਨੂੰ ਸਟੈਕ ਅਤੇ ਊਰਜਾ ਤੁਹਾਨੂੰ ਇੱਕ ਫਰਮੀ ਐਨਰਜੀ ਮਿਲੇਗੀ। ਇਹ ਠੀਕ ਹੈ। ਇਸ ਲਈ ਇਹ ਹੈ ਫਾਰਮਲ ਵਰਗੀਕਰਨ। ਜੇਕਰ ਤੁਹਾਡੇ ਕੋਲ ਕੁਆਂਟਮ ਫਿਜ਼ਿਕਸ ਵਿਗਿਆਨ ਵਿੱਚ ਇੱਕੋ ਜਿਹੇ ਪਾਰਟੀਕਲਸ ਦੀ ਇੱਕ ਸਿਸਟਮ ਹੈ, ਇੱਥੇ ਇੰਟੀਗਰਲ ਸਪਿਨ ਪਾਰਟੀਕਲਸ ਹੋ ਸਕਦੇ ਹਨ ਜੋ ਬੋਸੋਨਸ ਹਨ, ਜਾਂ ਅੱਧੇ ਆਡ ਇੰਟੀਗਰਲ ਸਪਿਨ ਪਾਰਟੀਕਲਸ ਜੋ ਕਿ ਫਰਮੀਓਨ ਹਨ। ਇਲੈਕਟ੍ਰੋਨ ਫਰਮੀਓਨ ਹੈ, ਅਤੇ ਬੋਸੋਨਸ ਸਾਰੇ ਵੈਕਟਰ ਪਾਰਟੀਕਲਸ ਹਨ। ਫੋਟੋਨ ਸਮੇਤ ਤੁਸੀਂ ਇਸ ਨੂੰ ਇੱਕ ਇੰਟੀਗਰਲ ਵੀ ਕਹਿ ਸਕਦੇ ਹੋ, ਠੀਕ ਹੈ। ਅਸੀਂ ਇਸ ਵੇਵ ਫੰਕਸ਼ਨ ਨੂੰ ਕਿਵੇਂ ਲਿਖਦੇ ਹਾਂ? ਇਸ ਲਈ ਮੈਂ ਪਹਿਲਾਂ ਹੀ ਕਿਹਾ ਹੈ ਕਿ ਇੱਕੋ ਜਿਹੇ ਕਣਾਂ ਨੂੰ ਵੱਖ ਕੀਤਾ ਜਾ ਸਕਦਾ ਹੈ ਕਿਉਂਕਿ ਅਸੀਂ 2 ਪਾਰਟੀਕਲਸ ਦੇ ਟ੍ਰੈਜੈਕਟਰੀ ਨੂੰ ਇਸ ਤੇ ਕੁਝ ਰੰਗ ਲਗਾ ਕੇ ਜਾਂ ਇਸ ਤੇ ਨਿਸ਼ਾਨ ਲਗਾ ਕੇ ਫੰਕਸ਼ਨ ਕਰ ਸਕਦੇ ਹਾਂ। ਕੁਆਂਟਮ ਫਿਜ਼ਿਕਸ ਵਿਗਿਆਨ ਵਿੱਚ ਉਨ੍ਹਾਂ ਦੇ ਵੇਵ ਫੰਕਸ਼ਨ ਹੋਣਗੇ, ਅਤੇ ਉਹ ਓਵਰਲੈਪ ਕਰਨਾ ਸ਼ੁਰੂ ਕਰਦੇ ਹਨ। ਇਸ ਲਈ ਉੱਥੇ ਉਹ ਵੱਖਰੇ ਬਣ ਜਾਂਦੇ ਹਨ। ਤੁਸੀਂ ਉਨ੍ਹਾਂ ਨੂੰ ਇੰਟੀਗਰਲ ਸਪਿਨ ਆਡ ਇੰਟੀਗਰਲ ਸਪਿਨਾਂ ਦੇ ਰੂਪ ਵਿੱਚ ਸ਼੍ਰੇਣੀਬੱਧ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਅਤੇ ਇੰਟੀਗਰਲ ਸਪਿਨ ਜਿਸ ਨੂੰ ਬੋਸੋਨਸ ਕਿਹਾ ਜਾਂਦਾ ਹੈ ਅੱਧੇ ਆਡ ਇੰਟੀਗਰਲ ਫੇਰਮਿਓਨਸ ਨੂੰ ਸਪਿਨ। ਹਾਂ, ਇਸ ਲਈ ਇਹ ਹੈ ਇੱਕ ਉਦੋਂ ਹੁੰਦਾ ਹੈ ਜਦੋਂ ਸਾਡੇ ਕੋਲ ਸੰਯੁਕਤ ਵਸਤੂਆਂ ਹੁੰਦੀਆਂ ਹਨ। ਸਾਡੇ ਕੋਲ ਇੱਕ ਪਾਰਟੀਕਲ ਹੈ ਜਿਸ ਨੂੰ ਇਹ ਡੈਲਟਾ ਪਲਸ ਪਾਰਟੀਕਲ ਕਿਹਾ ਜਾਂਦਾ ਹੈ। ਇੱਥੇ ਪਾਰਟੀਕਲਸ ਹਨ ਜੋ ਕਿ 3 ਕੁਆਰਕ। ਪ੍ਰੋਟੋਨ ਵੀ 3 ਕਵਾਰਕਸ ਦਾ ਬਣਿਆ ਹੁੰਦਾ ਹੈ, ਪਰ ਉਹ ਸਪਿਨ ਅੱਧ ਨਾਲ ਸੰਬੰਧਿਤ ਹੈ। ਪਰ ਅਜਿਹੇ ਪਾਰਟੀਕਲਸ ਹਨ ਜਿੱਥੇ ਤੁਸੀਂ ਜੋੜ ਸਕਦੇ ਹੋ 3 ਕਵਾਰਕਸ ਜੋ ਤੁਹਾਨੂੰ 3/2 ਸਪਿਨ ਦੇ ਸਕਦੇ ਹਨ, ਜੋ ਕਿ ਡੈਲਟਾ ਪਲਸ ਪਾਰਟੀਕਲ, ਓਮੇਗਾ ਪਾਰਟੀਕਲ ਆਦਿ ਵਰਗੇ ਹਨ। ਜੇਕਰ ਮੰਨ ਲਓ ਕਿ ਤੁਹਾਡੇ ਕੋਲ 5 ਇਲੈਕਟ੍ਰੋਨ ਹਨ ਅਤੇ ਤੁਸੀਂ 5 ਇਲੈਕਟ੍ਰੋਨਾਂ ਦੀ ਇੱਕ ਬਾਉਂਡ ਅਵਸਥਾ ਬਣਾਉਂਦੇ ਹੋ, ਇਹ ਹੋ ਸਕਦਾ ਹੈ ਉਸ ਬਾਉਂਡ ਅਵਸਥਾ ਦਾ ਕੁੱਲ ਸਪਿਨ ਤੋਂ ਵੱਧ ਵੈਲਿਊ 5 ਗੁਣਾ ਇਹ 2 ਹੋ ਸਕਦਾ ਹੈ।
ਇਸ ਦਾ ਕੁਝ ਉਪ ਸਮੂਹ ਇੱਕ ਸਪਿਨ 5x2 ਵਰਗਾ ਵਿਵਹਾਰ ਕਰ ਸਕਦਾ ਹੈ। ਇਸ ਦਾ ਕੁਝ ਉਪ ਸਮੂਹ ਇੱਕ ਸਪਿਨ 3x2 ਵਾਂਗ ਵਿਹਾਰ ਕਰ ਸਕਦਾ ਹੈ। ਕੁਝ ਸਬਸੈਟ ਸਪਿਨ ਅੱਧੇ ਵਾਂਗ ਵਿਹਾਰ ਕਰਨਗੇ। ਇਸ ਲਈ ਇਹ ਚੀਜ਼ਾਂ ਕਿਸੇ ਪੁਆਇੰਟ ਇਸ ਵਿੱਚ ਆ ਜਾਣਗੀਆਂ। ਉੱਪਰਲੀ ਬਾਉਂਡ ਇਹ ਹੈ ਕਿ ਜੇਕਰ ਤੁਹਾਡੇ ਕੋਲ 3 ਕੁਆਰਕਾਂ ਦਾ ਮਿਸ਼ਰਣ ਹੈ ਜਿਸ ਦਾ ਹਰ ਇੱਕ ਅੱਧਾ ਸਪਿਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਹਾਡੇ ਕੋਲ ਇੱਕ ਸਪਿਨ 3x2 ਆਬਜੈਕਟ ਹੋ ਸਕਦਾ ਹੈ ਜੋ ਕਿ ਕੰਪੋਜ਼ਿਟ ਹੈ। ਤੁਹਾਡੇ ਕੋਲ ਇਹ ਸਪਿਨ ਅੱਧੀ ਵਸਤੂ ਹੋ ਸਕਦੀ ਹੈ ਜੋ ਇੱਕ ਮਿਸ਼ਰਿਤ ਹੈ ਅਤੇ ਇਸ ਤਰ੍ਹਾਂ ਹੋਰ। ਪ੍ਰੋਟੋਨ ਸਪਿਨ ਹਾਫ ਕੰਪੋਜ਼ਿਟ ਨਾਲ ਸੰਬੰਧਿਤ ਹੈ ਜਦੋਂ ਕਿ ਤੁਹਾਡਾ ਡੈਲਟਾ ਪਲਸ ਅਤੇ ਓਮੇਗਾ ਪਾਰਟੀਕਲ ਸਪਿਨ 3x2 ਨਾਲ ਸੰਬੰਧਿਤ ਹਨ। ਪਰ ਤੁਸੀਂ ਲੈਬ ਵਿੱਚ ਕੰਪੋਜ਼ਿਟ ਪਾਰਟੀਕਲ ਫਿਜ਼ਿਕਸ ਵਿਗਿਆਨ ਵਿੱਚ ਇਹ ਸਪਿਨ 5x2 ਨਹੀਂ ਲੱਭਦੇ। ਇਹਨਾਂ ਸਾਰਿਆਂ ਨੂੰ ਹੈਡਰੋਨ ਕਿਹਾ ਜਾਂਦਾ ਹੈ ਜੋ ਹੈਡਰੋਨਾ ਦਾ ਚਿੜੀਆਘਰ ਨਹੀਂ ਹੈ 2 ਦੁਆਰਾ 5 ਸਪਿਨ। ਇਸ ਲਈ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਇਹ ਮਿਸ਼ਰਣ ਸਿਰਫ 3 ਸਪਿਨ ਅੱਧੇ ਕਣਾਂ ਦੇ ਬਣੇ ਹੋਣੇ ਚਾਹੀਦੇ ਹਨ। ਇਸ ਲਈ ਮੈਂ ਤੁਹਾਨੂੰ ਬੋਸੋਨ ਅਤੇ ਫਰਮੀਓਨਾਂ ਤੇ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਆਓ ਅਸੀਂ ਇੱਕ ਸਧਾਰਨ ਸਥਿਤੀ ਨੂੰ ਲੈ ਲਈਏ, ਇੱਕ ਡਾਇਮੈਂਸ਼ਨਲ ਪੋਟੈਂਸ਼ੀਅਲ ਖੂਹ ਵਿੱਚ 2 ਪਾਰਟੀਕਲ ਸਿਸਟਮ ਅਤੇ ਲਿਖੋ ਵੇਵ ਫੰਕਸ਼ਨ। ਪਹਿਲਾ ਇਲੈਕਟ੍ਰੌਨ ਦੀ ਇਹ ਪੋਜੀਸ਼ਨ ਦਾ ਇੱਕ ਫੰਕਸ਼ਨ ਹੋਣਾ ਚਾਹੀਦਾ ਹੈ। ਦੂਜਾ ਇਲੈਕਟ੍ਰੌਨ ਦੀ ਪੋਜੀਸ਼ਨ। ਇਹ 1 ਅਤੇ 2 ਅਜੇ ਵੀ ਇੱਕ ਡਾਇਮੈਂਸ਼ਨ ਵਿੱਚ ਹਨ ਪਰ ਇਹ ਸਬਸਕ੍ਰਿਪਟ ਪਹਿਲਾ ਇਲੈਕਟ੍ਰੌਨ ਲਈ 1 ਦੂਜਾ ਇਲੈਕਟ੍ਰੌਨ ਲਈ 2 ਸਬਸਕ੍ਰਿਪਟ। ਇਹ ਪਹਿਲੇ ਇਲੈਕਟ੍ਰੌਨ ਲਈ ਕਾਈਨੈਟਿਕ ਐਨਰਜੀ ਹੈ, ਇਹ ਦੂਜੇ ਇਲੈਕਟ੍ਰੌਨ ਲਈ ਗਤੀ ਊਰਜਾ ਹੈ ਅਤੇ ਇਹ ਤੁਹਾਡੇ ਟਾਈਮ ਦੇ ਇੰਡੀਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਨੂੰ ਸੰਤੁਸ਼ਟ ਕਰਨਾ ਹੋਵੇਗਾ। ਇਸ ਲਈ ਇਹ ਸੋਲਿਊਸ਼ਨ ਕੀ ਹੈ ਤਾਂ ਤੁਸੀਂ ਇਸ ਇਕੁਏਸ਼ਨ ਦੇ ਹੱਲ ਨੂੰ ਹਰੇਕ ਇਲੈਕਟ੍ਰੌਨ ਦੇ ਹੱਲਾਂ ਦੇ ਪ੍ਰੋਡਕਟ ਦੇ ਰੂਪ ਵਿੱਚ ਲਿਖ ਸਕਦੇ ਹੋ। ਜੇਕਰ ਉਹ ਗੈਰ ਪਰਸਪਰ ਪ੍ਰਭਾਵਸ਼ੀਲ ਹਨ ਤਾਂ ਇਹ ਗੈਰ ਇੰਟਰੈਕਟਿੰਗ ਕਿਉਂ ਹੈ? ਮੈਂ ਇਹ ਵੀ ਨਹੀਂ ਪਾਇਆ ਹੈ ਜੋ 1 ਅਤੇ 2 ਨੂੰ ਜੋੜ ਆਈ ਰਿਹਾ ਹੈ ਇਹ ਇੰਟਰੈਕਟ ਕਿਉਂ ਨਹੀਂ ਕਰ ਰਿਹਾ ਹੈ। ਇਸ ਲਈ ਅਜਿਹੇ ਗੈਰ ਇੰਟਰੈਕਟਿੰਗ ਇਲੈਕਟ੍ਰੌਨ ਲਈ ਇਸ ਲਈ ਇਹ ਬਕਸੇ ਵਿੱਚ ਪਾਰਟੀਕਲ ਵਿੱਚ ਸਿਰਫ ਇੱਕ ਕੁਆਂਟਮ ਨੰਬਰ ਹੋਵੇਗਾ ਜੋ ਕਿ n1 ਹੈ ਅਤੇ ਕਣ ਲਈ 1 ਅਤੇ ਕਣ 2 ਲਈ n2 ਹੈ ਅਤੇ ਉਹ ਇੱਕੋ ਜਿਹੇ ਹਨ। ਜੋ ਤੁਸੀਂ ਕਰਦੇ ਹੋ ਤੁਸੀਂ ਕੰਪੋਜ਼ਿਟ ਵੇਵ ਫੰਕਸ਼ਨ ਨੂੰ ਕੁਆਂਟਮ ਅਵਸਥਾ n1 ਵਿੱਚ ਪਾਰਟੀਕਲ ਦਾ ਪ੍ਰੋਡਕਟ ਅਤੇ ਪਾਰਟੀਕਲ 2 ਨੂੰ ਕੁਆਂਟਮ ਅਵਸਥਾ n2 ਵਿੱਚ ਲਿਖ ਸਕਦੇ ਹੋ ਜਾਂ ਤੁਸੀਂ ਕੁਆਂਟਮ ਅਵਸਥਾ n2 ਵਿੱਚ ਕਣ 1 ਨੂੰ ਵੀ ਫੰਕਸ਼ਨ ਲਿਖ ਸਕਦੇ ਹੋ। ਕਿਉਂਕਿ ਉਹ ਇੱਕੋ ਜਿਹੇ ਹਨ ਤੁਸੀਂ ਇਹ ਵੱਖਰਾ ਨਹੀਂ ਕਰ ਸਕਦੇ ਕਿ ਤੁਸੀਂ ਹੋਰ ਕੀ ਕਰ ਸਕਦੇ ਹੋ ਜੋ ਤੁਸੀਂ ਸੰਭਵ ਹੋ ਸਕਦੇ ਹੋ ਦੋਵੇਂ ਬਰਾਬਰ ਸੰਭਵ ਹਨ। ਇਹ ਲੀਨੀਅਰ ਸੁਪਰਪੋਜ਼ਿਸ਼ਨ ਵੀ ਸੰਭਵ ਸੱਜੇ ਤੁਸੀਂ ਉਹਨਾਂ ਦੀ ਇੱਕ ਲੀਨੀਅਰ ਸੁਪਰਪੋਜ਼ਿਸ਼ਨ ਲੈ ਸਕਦੇ ਹੋ ਜੋ ਸੰਭਵ ਵੀ ਹੈ। ਪਰ ਤੁਹਾਨੂੰ ਇਹ ਲੀਨੀਅਰ ਸੁਪਰਪੋਜ਼ਿਸ਼ਨ ਨੂੰ ਇਸ ਤਰੀਕੇ ਨਾਲ ਲੈਣਾ ਚਾਹੀਦਾ ਹੈ ਕਿ ਜਦੋਂ ਮੈਂ ਦੋਵੇਂ ਇਲੈਕਟ੍ਰੌਨਾਂ ਨੂੰ ਇੱਕੋ ਕੁਆਂਟਮ ਵਿੱਚ ਰੱਖਦਾ ਆਈ ਹਾਂ, ਮੰਨ ਲਓ ਕਿ ਮੈਂ ਦੋਵੇਂ ਇਲੈਕਟ੍ਰੌਨਾਂ ਨੂੰ ਇੱਕੋ ਗਰਾਊਂਡ ਸਟੇਟ ਜਾਂ ਇੱਕੋ ਪਹਿਲਾ ਉਤਸ਼ਾਹਿਤ ਅਵਸਥਾ ਵਿੱਚ ਰੱਖਦਾ ਹਾਂ, ਇਸ ਦਾ ਕੀ ਅਰਥ ਹੈ ਕਿ n1 ਦੇ ਬਰਾਬਰ n2 ਹਨ। ਪਰ ਪੌਲੀਜ਼ ਐਕਸਕਲੂਜ਼ਨ ਪ੍ਰਿੰਸੀਪਲ ਇਸ ਦੀ ਇਜਾਜ਼ਤ ਨਹੀਂ ਦਿੰਦਾ ਹੈ। ਤਾਂ ਤੁਸੀਂ ਕਿਹੜਾ ਲੀਨੀਅਰ ਕੰਬੀਨੇਸ਼ਨ ਲੈ ਸਕਦੇ ਹੋ? ਤੁਹਾਨੂੰ ਇਹ ਲੀਨੀਅਰ ਕੰਬੀਨੇਸ਼ਨ ਲੈਣਾ ਪਵੇਗਾ ਤਾਂ ਜੋ ਕੰਪੋਜ਼ਿਟ ਜਦੋਂ n1 n2 ਦੇ ਬਰਾਬਰ ਹੋਵੇ ਤਾਂ ਇਹ 0 ਹੋਣਾ ਚਾਹੀਦਾ ਹੈ। ਕਿ ਅਸੀਂ ਇੱਥੇ s ਦੇਖਦੇ ਹਾਂ n1 ਨੂੰ n2 ਬਰਾਬਰ ਰੱਖਦੇ ਹੋ ਤਾਂ ਹੱਲ ਮੌਜੂਦ ਹੈ। ਜੇ ਤੁਸੀਂ n1 ਨੂੰ n2 ਦੇ ਬਰਾਬਰ ਪਾਉਂਦੇ ਹੋ ਸੋਲਿਊਸ਼ਨ ਵੀ ਮੌਜੂਦ। ਇਸ ਲਈ ਇਹ ਪੌਲਿਸ ਬੇਦਖਲੀ ਸਿਧਾਂਤ ਦੁਆਰਾ ਵੈਧ ਨਹੀਂ ਹਨ ਜੋ ਤੁਹਾਡੇ ਲਈ ਇੱਕ ਲੀਨੀਅਰ ਕੰਬੀਨੇਸ਼ਨ ਲੈਣਾ ਵੈਧ ਹੈ। n1 ਨੂੰ n2 ਬਰਾਬਰ ਰੱਖਦਾ ਹਾਂ ਤਾਂ ਵੇਵ ਫੰਕਸ਼ਨ ਨੂੰ ਅਲੋਪ ਹੋ ਜਾਂਦਾ ਹੈ। ਬਸ ਅਜਿਹਾ ਕੋਈ ਸੋਲਿਊਸ਼ਨ ਸੰਭਵ ਨਹੀਂ ਹੈ। s ਸਿਰਫ i ਮਾਮੂਲੀ ਹੈ। ਪ੍ਰੋਬੇਬਿਲਿਟੀ ਡੈਂਸਿਟੀ ਜੇਕਰ ਤੁਸੀਂ ਇਸ ਕੇਸ ਲਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਸਮਾਨ ਨਹੀਂ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਪੌਲਿਸ ਬੇਦਖਲੀ ਸਿਧਾਂਤ ਸੰਤੁਸ਼ਟ ਵੇਵ ਫੰਕਸ਼ਨ ਨੂੰ 0 ਹੋਣਾ ਚਾਹੀਦਾ ਹੈ। ਜਦੋਂ ਤੁਸੀਂ n ਫੰਕਸ਼ਨ 1 ਨੂੰ n2 ਬਰਾਬਰ ਅਤੇ n2 ਨੂੰ n ਦੇ ਬਰਾਬਰ ਰੱਖਦੇ ਹੋ ਤਾਂ ਤੁਸੀਂ ਦੋਵਾਂ ਨੂੰ ਕਿਵੇਂ ਪ੍ਰਾਪਤ ਕਰੋਗੇ? ਤੁਸੀਂ ਪਲਸ ਜਾਂ ਮਾਈਨਸ ਲਿਖ ਸਕਦੇ ਹੋ ਕਿਹੜਾ ਇੱਕ ਸਹੀ ਹੈ। ਇਹ ਮਾਈਨਸ ਦਾ ਚਿੰਨ੍ਹ ਹੈ ਜੋ ਇਲੈਕਟ੍ਰੌਨ ਲਈ ਸਹੀ ਹੈ। ਮੰਨ ਲਓ ਮੈਂ ਇਲੈਕਟ੍ਰੌਨ ਨੂੰ ਬੋਸੋਨ ਦੁਆਰਾ ਬਦਲਦਾ ਹਾਂ। ਇਹ ਪਲਸ ਦਾ ਚਿੰਨ੍ਹ ਲਗਾਵਾਂਗੇ ਕਿਉਂਕਿ ਇਹ i ਗੈਰ ਸਿਫਰ ਹੋਣਾ ਚਾਹੀਦਾ ਹੈ। ਤੁਹਾਡੇ ਇਹ ਮਾਈਨਸ ਦਾ ਚਿੰਨ੍ਹ ਨਹੀਂ ਹੋ ਸਕਦਾ ਹੈ। ਅਤੇ ਇਹ ਇਸ ਗੱਲ ਦਾ ਵੀ ਧਿਆਨ ਰੱਖੇਗਾ ਕਿ ਪ੍ਰੋਬੇਬਿਲਿਟੀ ਡੈਂਸਿਟੀ ਪਲਸ ਚਿੰਨ੍ਹ ਹੈ। ਪਲਸ 1 ਅਤੇ ਮਾਈਨਸ 1 ਬਹੁਤ ਮਹੱਤਵਪੂਰਨ ਹੈ। ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਇਹ ਤੋਂ ਕਣ ਸਿਸਟਮ ਲਈ ਵੀ ਵੇਵ ਫੰਕਸ਼ਨ ਨੂੰ ਇੰਟਰੈਕਟ ਨਾ ਕਰਨ ਲਈ ਜਾਂ ਤਾਂ ਪਲਸ ਚਿੰਨ੍ਹ ਨੂੰ ਸਿਮੈਟ੍ਰਿਕ ਫੰਕਸ਼ਨ ਅਤੇ ਪਾਰਟੀਕਲ 1 ਅਤੇ ਪਾਰਟੀਕਲ 2 ਦੇ ਵਟਾਂਦਰੇ ਵਜੋਂ ਵੀ ਸਮਝਿਆ ਜਾ ਸਕਦਾ ਹੈ। ਮਾਈਨਸ ਚਿੰਨ੍ਹ ਨੂੰ ਬਦਲਿਆ ਜਾ ਸਕਦਾ ਜੇਕਰ ਤੁਸੀਂ ਪਾਰਟੀਕਲ 1 ਅਤੇ ਪਾਰਟੀਕਲ 2
ਬਦਲਦੇ ਹੋ ਤੁਹਾਨੂੰ ਇਹ ਨੈਗੇਟਿਵ ਚਿੰਨ੍ਹ ਮਿਲਦਾ ਹੈ। ਇਹ ਤੁਹਾਡੇ ਅਜੀਬ ਫੰਕਸ਼ਨਾਂ ਅਤੇ ਸਮ ਫੰਕਸ਼ਨਾਂ ਦੀ ਤਰ੍ਹਾਂ ਹਨ ਜੋ ਤੁਸੀਂ ਪੜ੍ਹ ਰਹੇ ਹੋ, ਜਿੱਥੇ ਤੁਸੀਂ x2 x ਲਿਆ ਹੈ। ਇੱਥੇ ਮੈਂ ਕਹਿ ਰਿਹਾ ਹਾਂ ਕਿ ਐਕਸਚੇਂਜ ਦੇ ਤਹਿਤ ਪਹਿਲਾ ਪਾਰਟੀਕਲ ਅਤੇ ਦੂਜਾ ਪਾਰਟੀਕਲ ਐਂਟੀ ਸਿਮੈਟ੍ਰਿਕ ਦਾ ਵਟਾਂਦਰਾ ਕਰੋ। ਵੇਵ ਫੰਕਸ਼ਨ ਇਲੈਕਟ੍ਰੋਨਾਂ I ਲਈ ਸਿਮੈਟ੍ਰਿਕ ਫੰਕਸ਼ਨ ਅਤੇ ਬੋਸੋਨਾਂ ਲਈ ਸਮਮਿਤੀ ਹੈ। ਇਸ ਲਈ ਇਹ ਐਕਸਟਰਾਪੋਲੇਟ ਹੋ ਜਾਵੇਗਾ ਜੇਕਰ ਤੁਹਾਡੇ ਕੋਲ ਇਸ ਨੂੰ ਪੂਰੀ ਤਰ੍ਹਾਂ ਐਂਟੀ ਸਿਮੈਟ੍ਰਿਕ ਬਣਾਉਣ ਲਈ 3 ਕਣ ਹੋਣ ਅਤੇ ਬੋਸੋਨ ਲਈ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਸਿਮੈਟ੍ਰਿਕ ਬਣਾ ਸਕਦੇ ਹੋ। ਠੀਕ ਹੈ, ਇਸ ਲਈ ਮੈਂ ਤੁਹਾਨੂੰ ਸਿਰਫ ਇਹ ਸਵਾਦ ਦੇ ਰਿਹਾ ਹਾਂ ਕਿ ਤੁਸੀਂ ਇੱਕ 2 ਇਲੈਕਟ੍ਰੋਨ ਸਿਸਟਮ ਲਈ ਵੇਵ ਫੰਕਸ਼ਨ ਨੂੰ ਮਾਈਨਸ ਚਿੰਨ੍ਹ ਨਾਲ ਇੱਕ ਅਜੀਬ ਫੰਕਸ਼ਨ ਵਜੋਂ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਮਾਈਨਸ ਚਿੰਨ੍ਹ I ਬਣ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਬੋਸੋਨਾਂ ਲਈ ਸਮ ਫੰਕਸ਼ਨਾਂ ਦੀ ਆਗਿਆ ਹੈ। ਤੁਸੀਂ ਹਾਈਡਰੋਜਨ ਐਟਮ ਸਮੱਸਿਆ ਲਈ ਕੀ I ਕਰਦੇ ਹੋ? ਮੈਂ ਇਹ ਇੱਕ ਬਕਸੇ ਵਿੱਚ ਪਾਰਟੀਕਲ ਲਈ ਕੀਤਾ ਸੀ। ਤੁਸੀਂ ਰਸਮੀ ਤੌਰ ਤੇ ਕਹਿੰਦੇ ਹੋ ਕਿ ਇੱਕ ਸਟੇਟ ਅਲਫਾ ਵਿੱਚ fs ਇਲੈਕਟ੍ਰੋਨ ਅਲਫਾ ਇੱਕ ਸੰਖੇਪ ਨੋਟੇਸ਼ਨ ਹੈ ਜੋ ਤੁਹਾਨੂੰ ਦੱਸਦਾ ਹੈ ਕਿ ਇਸ ਵਿੱਚ A ਅਲਫਾ ਹੈ, N ਅਲਫਾ ਪ੍ਰਮੁੱਖ ਕੁਆਂਟਮ ਨੰਬਰ ਹੈ, L ਅਲਫਾ ਅਜ਼ੀਮੁਥਲ ਕੁਆਂਟਮ ਨੰਬਰ ਹੈ, ML ਅਲਫਾ MS ਅਲਫਾ S ਨੂੰ ਦਬਾਇਆ ਜਾ ਸਕਦਾ ਹੈ। ਇਲੈਕਟ੍ਰੋਨਾਂ ਲਈ ਤੁਸੀਂ ਜਾਣਦੇ ਹੋ ਕਿ S ਅੱਧਾ ਹੈ, ਤੁਹਾਨੂੰ ਸਪਸ਼ਟ ਤੌਰ ਤੇ ਅੱਧਾ ਰੱਖਣ ਲੋੜ ਨਹੀਂ ਹੈ। ਠੀਕ ਹੈ, ਇਸੇ ਤਰ੍ਹਾਂ ਦੂਜੇ ਰਾਜ ਲਈ ਬੀਟਾ ਪਾਓ। ਕੁੱਲ ਐਂਟੀ ਸਿਮੈਟ੍ਰਿਕ ਲਿਖੋ, ਜਿੱਥੇ ਅਲਫਾ ਲਈ ਲੰਬੇ ਹੱਥ ਨੋਟੇਸ਼ਨ 4 ਕੁਆਂਟਮ ਸੰਖਿਆਵਾਂ ਹਨ। ਇਸੇ ਤਰ੍ਹਾਂ ਬੀਟਾ ਇਹ ਦੁਬਾਰਾ 4 ਕੁਆਂਟਮ ਸੰਖਿਆਵਾਂ ਹਨ ਅਤੇ ਉਹ ਵੱਖਰੇ ਹੋਣੇ ਚਾਹੀਦੇ ਹਨ। ਘੱਟੋ ਘੱਟ ਉਹਨਾਂ ਵਿੱਚੋਂ ਇੱਕ ਵੱਖਰਾ ਸਪਸ਼ਟ ਹੋਣਾ ਚਾਹੀਦਾ ਹੈ। ਇਹ ਉਹ ਹੈ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਪੋਜੀਸ਼ਨ ਸਪੈਸ ਵੇਵ ਫੰਕਸ਼ਨਾਂ ਨੂੰ ਲਿਖ ਸਕਦੇ ਹੋ ਜੋ ਸਿਰਫ ਆਰਬਿਟਲ ਕੁਆਂਟਮ ਨੰਬਰ ਅਤੇ ਮੈਗਨੈਟਿਕ ਕੁਆਂਟਮ ਨੰਬਰ ਤੇ ਨਿਰਭਰ ਕਰਦਾ ਹੈ। ਪਰ ਤੁਸੀਂ ਇਹ ਪ੍ਰੋਡਕਟ ਪਾ ਸਕਦੇ ਹੋ ਜੋ ਇੱਕ ਨਵੀਂ ਸਪੈਸ ਹੈ ਜੋ ਉਹਨਾਂ ਨਾਲ ਗੱਲ ਨਹੀਂ ਕਰਦੀ ਹੈ। ਇੱਕ m ਨਾਲ ਉਸ ਵੇਵ ਫੰਕਸ਼ਨ ਨੂੰ ਪਾਓ। ਮੈਗਨੈਟਿਕ ਕੁਆਂਟਮ ਨੰਬਰ ਠੀਕ ਹੈ। ਇਹ ਰਸਮੀ ਤਰੀਕਾ ਹੈ ਜਿਸ ਵਿੱਚ ਤੁਸੀਂ ਆਪਣੇ ਵੇਵ ਫੰਕਸ਼ਨ ਨੂੰ ਪੋਜੀਸ਼ਨ ਸਪੈਸ ਵੇਵ ਫੰਕਸ਼ਨ ਦੇ ਪ੍ਰੋਡਕਟ ਦੇ ਤੌਰ ਤੇ ਸਪਿਨ ਅਵਸਥਾ ਦੇ ਗੁਣਾਂ ਵਜੋਂ ਲਿਖ ਸਕਦੇ ਹੋ। ਇਹ ਸਪਿਨ ਅਵਸਥਾ ਵਿੱਚ ਪੋਜੀਸ਼ਨ ਦੇ ਆਧਾਰ ਤੇ ਅੰਦਰੂਨੀ ਸਪੇਸਾਨ ਤੇ ਕੋਈ ਪ੍ਰੋਜੈਕਸ਼ਨ ਨਹੀਂ ਹੁੰਦਾ ਹੈ। ਇਸ ਲਈ ਇਹ ਇੱਕ r ਤੋਂ ਇੰਡੀਪੈਂਡੈਂਟ ਹੈ ਅਤੇ ਇਸ ਨੂੰ ਗੈਰ ਸਾਪੇਖਵਾਦੀ ਸਿਧਾਂਤਾਂ ਵਿੱਚ ਪ੍ਰਯੋਗਾਂ ਨਾਲ ਮੇਲ ਕਰਨ ਲਈ ਹੱਥਾਂ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਲਈ ਜੇਕਰ ਤੁਸੀਂ ਜ਼ੀਰੋ ਵੈਲੋਸਿਟੀ ਲੈਂਦੇ ਹੋ ਤਾਂ ਤੁਸੀਂ ਅਣਡਿੱਠ ਕਰ ਸਕਦੇ ਹੋ S ਵੇਵ ਫੰਕਸ਼ਨ ਲਗਭਗ S ਵੇਵ ਵਰਗਾ ਹੈ ਅਤੇ ਤੁਸੀਂ ਇੱਕ ਦੇ ਬਰਾਬਰ ਟੇਕ n ਦੇ ਸਪਿਨ ਵਾਲੇ ਹਿੱਸੇ ਤੇ ਧਿਆਨ ਕੇਂਦਰਿਤ ਕਰ ਸਕਦੇ ਹੋ ਜਾਂ ਕਿਸੇ ਵੀ NL ਨੂੰ ਜ਼ੀਰੋ ਫੰਕਸ਼ਨ ਸਥਿਤੀ ਹੋਣ ਲਈ ਤਾਂ ਤੁਸੀਂ ਵੇਵ ਫੰਕਸ਼ਨ ਦੇ ਇਸ ਹਿੱਸੇ ਤੇ ਧਿਆਨ ਕੇਂਦਰਿਤ ਕਰ ਸਕਦੇ ਹੋ। ਇਹ ਸੁੰਦਰ ਸੰਕਲਪ ਹੈ ਕਿ ਇਹ ਦੋਵੇਂ ਅਵਸਥਾਵਾਂ ਦੋ ਵਰਗੀਆਂ ਹਨ, ਪਰ ਤੁਹਾਡੇ ਕੰਪਿਊਟਰਾਂ ਵਿੱਚ ਬਾਈਨਰੀ ਆਪਰੇਸ਼ਨ ਜੋ ਅਸੀਂ ਸਾਰੇ ਗਣਨਾ ਕਰਦੇ ਹਾਂ, ਜੋ ਕਿ ਸਿਰਫ 0 ਅਤੇ 1 ਦੇ ਨਾਲ ਖੇਡਣਾ ਸ਼ਾਮਲ ਹੈ। ਠੀਕ ਹੈ, 0 ਅਤੇ 1 ਬਾਈਨਰੀ ਫਿਰ ਬਾਈਟ ਇਹ ਹੈ ਕਿ ਕਿੰਨੇ ਬਿਟ 8 ਉਹਨਾਂ ਵਿੱਚੋਂ ਹਰ ਇੱਕ ਨੂੰ ਇਹ ਬਿਟ ਕਿਹਾ ਜਾਂਦਾ ਹੈ ਜੋ 0 ਅਤੇ 1 ਹੈ ਅਤੇ ਤੁਹਾਡੇ ਕੋਲ ਇਹ ਬਾਈਟ ਹੋ ਸਕਦਾ ਹੈ ਜੋ ਅਜਿਹੇ ਬਿਟਾਂ ਵਿੱਚੋਂ 8 ਹੈ। ਕੁਆਂਟਮ ਮਕੈਨਿਕਸ ਕੀ ਹੈ? ਸਾਨੂੰ ਦੱਸਦਾ ਹੈ ਕਿ ਇਹ ਵੀ ਦੋ ਅਵਸਥਾਵਾਂ ਹਨ। ਸਿਰਫ ਟਰੈਕ ਰੱਖਣ ਲਈ ਇਹ ਕੁਆਂਟਮ ਮਕੈਨਿਕਸ ਹੈ, ਅਸੀਂ ਉਹਨਾਂ ਨੂੰ ਕਿਊਬਿਟਸ ਠੀਕ ਕਹਿੰਦੇ ਹਾਂ। ਅਤੇ ਇੱਥੇ ਦੋ ਅਵਸਥਾਵਾਂ ਵੀ ਹਨ, ਪਰ ਇੱਥੇ ਹੋਰ ਵੀ ਬਹੁਤ ਕੁਝ ਹੈ। 0 ਅਤੇ 1 ਵਿੱਚ ਤੁਸੀਂ 0 ਅਤੇ 1 ਨੂੰ ਜੋੜਦੇ ਰਹਿ ਸਕਦੇ ਹੋ, ਪਰ ਕਿਊਬਿਟਸ ਦੇ ਸੰਦਰਭ ਵਿੱਚ ਤੁਸੀਂ ਸੁਪਰਪੋਜ਼ਿਸ਼ਨ ਲੈ ਸਕਦੇ ਹੋ। ਤੁਸੀਂ ਵੱਖ-ਵੱਖ ਸੰਭਾਵਿਤ ਕਿਊਬਿਟਸ ਦੀ ਸੁਪਰਪੋਜ਼ਿਸ਼ਨ ਲੈਣਾ ਸ਼ੁਰੂ ਕਰ ਸਕਦੇ ਹੋ ਤਾਂ ਇਹ ਤੁਹਾਨੂੰ ਪਤਾ ਹੈ ਕਿ ਇਹ ਤੁਹਾਡੀ ਗਤੀ ਨੂੰ ਵਧਾਉਣ ਲਈ ਹੈ। ਜੋ ਕੁਝ ਹੋਰ ਕੁਸ਼ਲ ਤਰੀਕੇ ਨਾਲ ਕਰਨਾ ਚਾਹੁੰਦੇ ਹੋਏ ਉਸ ਨੂੰ ਵਧਾਉਣ ਲਈ ਤੁਸੀਂ ਜਾਣਦੇ ਹੋ ਕਿ ਅਸੀਂ ਸਾਰੇ ਕੀ ਮਹਿਸੂਸ ਕਰਦੇ ਹਾਂ, ਠੀਕ ਹੈ। ਇਸ ਲਈ ਤੁਹਾਨੂੰ ਇਹ ਦੱਸਣ ਲਈ ਕਿ ਕਿਊਬਿਟ ਸਪਿਨ ਅੱਧੇ ਇਲੈਕਟ੍ਰੋਨਾਂ ਦੀਆਂ ਦੋ ਅਵਸਥਾਵਾਂ ਹਨ ਜੋ ਕਲਾਸੀਕਲ ਬਿਟਾਂ ਨਾਲੋਂ ਸ਼ਕਤੀਸ਼ਾਲੀ ਹਨ ਕਿਉਂਕਿ ਉੱਥੇ ਤੁਸੀਂ ਸਿਰਫ 0 ਅਤੇ 1 ਨਾਲ ਖੇਡਦੇ ਹੋ। ਇੱਥੇ ਤੁਹਾਡੇ ਕੋਲ ਕਿਊਬਿਟਸ ਦੀ ਸੁਪਰਪੋਜ਼ਿਸ਼ਨ ਹੈ। ਐਲਗੋਰਿਦਮ ਪਹਿਲਾਂ ਹੀ ਸਾਹਿਤ ਵਿੱਚ ਲਿਖੇ ਜਾ ਚੁੱਕੇ ਹਨ।
ਇਸ ਲਈ ਤੁਹਾਡੇ ਵਿੱਚੋਂ ਕੁਝ ਨੂੰ ਘੱਟੋ-ਘੱਟ ਪਤਾ ਹੋਵੇਗਾ। ਇਸ ਲਈ ਇੱਥੇ ਕੁਆਂਟਮ ਐਲਗੋਰਿਦਮ ਕਹੇ ਜਾਂਦੇ ਹਨ। ਉਹ ਯਕੀਨੀ ਤੌਰ ਤੇ ਕੁਸ਼ਲ ਹਨ, ਵਿਸ਼ੇਸ਼ ਤੌਰ ਤੇ ਫੈਕਟਰਾਈਜ਼ੇਸ਼ਨ ਸਮੱਸਿਆ ਨੂੰ ਪੋਲੀਨੋਮੀਅਲ ਟਾਈਮ ਸ਼ੋ ਐਲਗੋਰਿਦਮ ਵਿੱਚ ਹੱਲ ਕੀਤਾ ਜਾ ਸਕਦਾ ਹੈ। ਇਸ ਲਈ ਇਹ ਕਿਊਬਿਟਸ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ। ਅਤੇ ਬਹੁਤ ਸਾਰੇ ਕੰਮ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਜੋ ਤੁਸੀਂ ਜਾਣਦੇ ਹੋ ਕਿ ਗ੍ਰੈਵਿਟੇਸ਼ਨਲ ਵੇਵ ਖੋਜ ਅਸੀਂ ਇੰਨੇ ਲੰਬੇ ਸਮੇਂ ਤੱਕ ਕਿਉਂ ਨਹੀਂ ਖੋਜ ਸਕੇ? ਕਿ ਇਸ ਬੈਕਗ੍ਰਾਉਂਡ ਸ਼ੋਰ ਦਾ ਇੰਨਾ ਜ਼ਿਆਦਾ ਕਿਉਂ ਹੈ ਅਤੇ ਇਹ ਇੰਨੀ ਕਮਜ਼ੋਰ ਚੀਜ਼ ਹੈ? ਇਸੇ ਤਰ੍ਹਾਂ ਇਹ ਕੁਆਂਟਮ ਕੰਪਿਊਟਰ ਨਿਰਮਾਣ ਭਾਵੇਂ ਥਿਊਰੀ ਬਹੁਤ ਜ਼ਿਆਦਾ ਤਾਲਮੇਲ ਵਿੱਚ ਹੋ ਸਕਦਾ ਹੈ, ਇਸ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਅਤੇ ਇਹ ਆਪਣੇ ਆਪ ਵਿੱਚ ਇੱਕ ਚੁਣੌਤੀ ਹੈ ਕਿ ਲੋਕ ਇਸ ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਕੱਠੇ ਕੁਝ ਕੁਬਿਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਜੇ ਵੀ ਇਹ ਉਸ ਪੱਧਰ ਤੇ ਨਹੀਂ ਪਹੁੰਚਿਆ ਹੈ ਕਿ ਸਾਡੇ ਕੋਲ ਕੰਪਿਊਟਰ ਤੇ ਹੈ, ਪਰ ਲੋਕ ਇਸ ਤੇ ਹਨ। ਕਿਉਂਕਿ ਥਿਊਰੀ ਅਨੁਸਾਰ ਅਸੀਂ ਗਣਨਾ ਦੀ ਬਹੁਤ ਕੁਸ਼ਲਤਾ ਦੇਖਦੇ ਹਾਂ। ਚੀਜ਼ਾਂ ਨਾਲ ਸਕਦੇ ਹੋ ਵੀ ਇਹ ਰਿਸਰਚ ਖੋਜ ਅਨੁਸੰਧਾਨ ਪੱਧਰ ਤੇ ਹੈ। ਆਈ ਲਈ ਮੈਂ ਸੋਚਿਆ ਸਟ੍ਰਜ਼ਰਲੈਚ ਦੇ ਤਜਰਬਿਆਂ ਤੋਂ ਬਾਅਦ ਇਹ ਹਾਰਡਕੋਰ ਕੈਲਕੂਲੇਸ਼ਨ ਕਰਨ ਤੋਂ ਪਹਿਲਾਂ ਮੈਨੂੰ ਤੁਹਾਨੂੰ ਕੁਝ ਪ੍ਰੇਰਣਾ ਦੇਣੀ ਚਾਹੀਦੀ ਹੈ ਕਿ ਇਹ ਅੱਧਾ ਸਪਿਨ ਕਿਉਂ ਹੈ ਅਤੇ ਬਹੁਤ ਸਾਰੇ ਉਤਸ਼ਾਹ ਕਿਉਂ ਚੱਲ ਰਹੇ ਹਨ। ਮੈਂ ਇੱਥੇ ਰੁਕਾਂਗੀ।